ਹੈਲੋ ਸਟੂਡੈਂਟਸ, ਟੀਵੀ ਸਕੂਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਸੋ ਆਪਾਂ ਚੈਪਟਰ ਕਰ ਰਹੇ ਸੀ ਨਿਊਕਲੀਆਈ। ਸੋ ਯੂਨਿਟ ਹੈ ਐਟਮਸ ਐਂਡ ਨਿਊਕਲੀਆਈ, ਜਿਹਦੇ ਵਿੱਚੋਂ ਆਪਾਂ ਦੂਜਾ ਚੈਪਟਰ ਸਟਾਰਟ ਕੀਤਾ ਹੋਇਆ ਹੈ, ਦੈਟ ਇਜ਼ ਨਿਊਕਲੀਆਈ। ਸੋ ਲਾਸਟ ਲੈਕਚਰ ਦੇ ਵਿੱਚ ਆਪਾਂ ਗੱਲ ਕੀਤੀ ਸੀ ਅਬਾਊਟ ਦ ਲਾਜ਼। ਸੋ ਲਾਜ਼ ਆਫ ਰੇਡੀਓ ਐਕਟਿਵ ਡਿਸਇੰਟੀਗ੍ਰੇਸ਼ਨ, ਜਿਹਦੇ ਵਿੱਚ ਆਪਾਂ 5 ਲਾਜ਼ ਪੜ੍ਹੇ ਸੀ। ਸੋ ਜਲਦੀ ਥੋੜਾ ਉਹਨੂੰ ਰਿਕੈਪਚੁਲੇਟ ਕਰੀਏ, ਮਤਲਬ ਯਾਦ ਕਰੀਏ ਕੀ ਸੀਗੇ ਉਹ ਲਾਜ਼। ਇੱਕ ਤਾਂ ਸੀ ਕਿ ਜੋ ਰੇਡੀਓ ਐਕਟੀਵਿਟੀ ਹੈ ਦੈਟ ਇਜ਼ ਅ ਸਪੌਂਟੇਨੀਅਸ ਪ੍ਰੋਸੈਸ, ਮਤਲਬ ਕੀ ਹੈ ਆਪਣੇ ਆਪ ਹੁੰਦਾ ਹੈ, ਕੋਈ ਐਕਸਟਰਨਲ ਆਪਾਂ ਨੂੰ ਬਾਹਰੋਂ ਦੀ ਕੀ ਹੈ ਉਹਨੂੰ ਫੋਰਸ, ਮਤਲਬ ਬਾਹਰੋਂ ਦੀ ਕੋਈ ਚੀਜ਼ ਉਹਨੂੰ ਨਹੀਂ ਦੇਣੀ ਪੈਂਦੀ, ਉਹ ਆਪਣੇ ਆਪ ਹੀ ਕੀ ਹੈ ਹੁੰਦਾ ਰਹਿੰਦਾ ਹੈ। ਪਲੱਸ ਉਹ ਕੀ ਹੈ, ਇਟ ਡਜ਼ ਨਾਟ ਡਿਪੈਂਡ, ਮਤਲਬ ਕਿ ਜਿਹੜੇ ਨੰਬਰ ਆਫ ਐਟਮਸ ਨੇ ਆਪਾਂ ਕੋਈ ਆਈਡੀਆ ਨਹੀਂ ਲਗਾ ਸਕਦੇ ਕਿ ਕਿੰਨੇ ਨੰਬਰ ਆਫ ਐਟਮਸ ਇੰਨੇ ਟਾਈਮ ਇੰਟਰਵਲ ਦੇ ਵਿੱਚ ਡਿਸਇੰਟੀਗ੍ਰੇਟ ਹੋਣਗੇ। ਸੋ ਇਟ ਇਜ਼ ਅ ਸਪੌਂਟੇਨੀਅਸ ਪ੍ਰੋਸੈਸ, ਆਪਣੇ ਆਪ ਦੇ ਵਿੱਚ ਹੀ ਹੁੰਦਾ ਹੈ। ਸੈਕੰਡਲੀ ਮੈਂ ਦੱਸਿਆ ਸੀ ਕਿ ਜਦੋਂ ਵੀ ਕੋਈ ਡਿਸਇੰਟੀਗ੍ਰੇਸ਼ਨ ਹੋ ਰਹੀ ਹੈ ਦੈਨ ਇਮਿਸ਼ਨ ਹੋਏਗੀ ਜਾਂ ਤਾਂ ਇੱਕ ਅਲਫਾ ਪਾਰਟੀਕਲ ਦੀ ਜਾਂ ਫਿਰ ਇੱਕ ਬੀਟਾ ਪਾਰਟੀਕਲ ਦੀ। ਸੋ ਜਾਂ ਇੱਕ ਅਲਫਾ ਜਾਂ ਫਿਰ ਇੱਕ ਬੀਟਾ, ਇਕੱਠੇ ਅਲਫਾ ਔਰ ਬੀਟਾ ਇਮਿਟ ਨਹੀਂ ਹੋ ਸਕਦੇ, ਔਰ ਇੱਕ ਟਾਈਮ ਦੇ ਉੱਪਰ ਇੱਕ ਤੋਂ ਜ਼ਿਆਦਾ ਅਲਫਾ ਪਾਰਟੀਕਲ ਜਾਂ ਇੱਕ ਤੋਂ ਜ਼ਿਆਦਾ ਬੀਟਾ ਪਾਰਟੀਕਲ ਉਹਨਾਂ ਦੀ ਇਮਿਸ਼ਨ ਵੀ ਪੋਸੀਬਲ ਨਹੀਂ ਹੈ। ਦੈਨ ਅਗਰ ਡਿਊਰਿੰਗ ਅ ਡਿਸਇੰਟੀਗ੍ਰੇਸ਼ਨ ਅਗਰ ਇੱਕ ਅਲਫਾ ਪਾਰਟੀਕਲ ਇਮਿਟ ਹੋ ਰਿਹਾ ਹੈ, ਦੈਨ ਇੱਕ ਜਿਹੜਾ ਪੁਰਾਣਾ ਐਟਮ ਸੀ ਉਹ ਇੱਕ ਨਵੇਂ ਐਟਮ 'ਚ ਕਨਵਰਟ ਹੋਏਗਾ। ਦੈਨ ਉਹਦੇ ਵਿੱਚ ਕੀ ਚੇਂਜਸ ਆਉਣਗੀਆਂ, ਉਹਦਾ ਮਾਸ ਨੰਬਰ ਤੇ ਅਟੋਮਿਕ ਨੰਬਰ ਕੀ ਹੈ ਚੇਂਜ ਹੋਏਗਾ। ਸੋ ਆਪਾਂ ਦੱਸਿਆ ਸੀ ਕਿ ਜਦੋਂ ਅਲਫਾ ਪਾਰਟੀਕਲ ਰਿਲੀਜ਼ ਹੋ ਰਿਹਾ ਹੈ ਦੈਨ ਜਿਹੜਾ ਉਹਦਾ ਅਟੋਮਿਕ ਨੰਬਰ ਹੈ ਇਟ ਵਿਲ ਗੈਟ ਰਿਡਿਊਸਡ ਬਾਈ 2, ਮਤਲਬ ਉਹ ਘਟ ਜਾਏਗਾ ਬਾਈ 2, ਔਰ ਜਿਹੜਾ ਉਹਦਾ ਮਾਸ ਨੰਬਰ ਹੈ ਉਹਦੇ ਵਿੱਚ ਕਿੰਨਾ ਚੇਂਜ ਆਏਗਾ, ਉਹ ਵੀ ਘਟ ਜਾਏਗਾ ਬਾਈ 4। ਸੋ 4 ਮਾਈਨਸ ਕਰਾਂਗੇ ਆਪਾਂ, ਔਰ ਨੀਚੇ ਅਟੋਮਿਕ ਨੰਬਰ ਦੇ ਵਿੱਚੋਂ ਆਪਾਂ 2 ਮਾਈਨਸ ਕਰਾਂਗੇ, ਦੈਨ ਆਪਣੇ ਕੋਲ ਕੀ ਹੈ ਨਵੇਂ ਮਾਸ ਨੰਬਰਸ ਔਰ ਅਟੋਮਿਕ ਨੰਬਰਸ ਆ ਜਾਣਗੇ। ਦੈਨ ਅਗਰ ਡਿਊਰਿੰਗ ਅ ਡਿਸਇੰਟੀਗ੍ਰੇਸ਼ਨ ਬੀਟਾ ਪਾਰਟੀਕਲ ਇਮਿਟ ਹੋ ਰਿਹਾ ਹੈ ਦੈਨ ਉਹਦੇ ਵਿੱਚ ਆਪਾਂ ਕੀ ਗੱਲ ਕੀਤੀ ਸੀ ਕਿ ਜਿਹੜਾ ਮਾਸ ਨੰਬਰ ਹੈ ਉਹਦੇ 'ਚ ਕੋਈ ਚੇਂਜ ਨਹੀਂ ਆਏਗਾ, ਬਟ ਜਿਹੜਾ ਅਟੋਮਿਕ ਨੰਬਰ ਹੈ ਉਹ ਵੱਧ ਜਾਏਗਾ ਬਾਈ ਹਾਊ ਮਚ ਅਮਾਊਂਟ, ਜਦੋਂ ਆਪਾਂ ਕੀ ਉਹਦੇ 'ਚ ਇੱਕ ਐਡ ਕਰ ਦਾਂਗੇ ਸੋ ਇੰਨੇ ਅਮਾਊਂਟ ਦੇ ਨਾਲ ਉਹ ਕੀ ਹੈ ਵੱਧ ਜਾਏਗਾ। ਐਂਡ ਲਾਸਟ ਐਂਡ ਮੋਸਟ ਇੰਪੋਰਟੈਂਟ ਲਾਅ ਕੀ ਸੀ, so that is the rate of disintegrations। rate means कि number of atoms ਜਿਹੜੇ disintegrate ਹੋ ਰਹੇ ਹਨ per second, ਇੱਕ second ਦੇ ਵਿੱਚ at any instant of time that is directly proportional to, ਮਤਲਬ ਸਿੱਧਾ ਕਿਹਦੇ ਤੇ depend ਕਰ ਰਿਹਾ ਹੈ, that is proportional to the number of atoms present in the sample at that time। ਮਤਲਬ ਉਸ ਟਾਈਮ ਦੇ ਉੱਪਰ ਸੈਂਪਲ 'ਚ ਕਿੰਨੇ ਐਟਮਸ ਪ੍ਰੈਜ਼ੈਂਟ ਨੇ ਉਸ ਚੀਜ਼ ਦੇ ਉੱਪਰ ਕੀ ਹੈ ਉਹ ਡਿਪੈਂਡ ਕਰ ਰਿਹਾ ਹੈ। ਸੋ ਇਸ ਤੋਂ ਬਾਅਦ ਆਪਾਂ ਕੀ ਹੈ ਇੱਕ ਐਕਸਪ੍ਰੈਸ਼ਨ ਵੀ ਦੇਖਿਆ that n is equal to n naught exponential minus lambda t। ਸੋ ਇਹਦੇ ਵਿੱਚ ਮੈਂ different terms ਵੀ ਦੱਸੀਆਂ ਕਿ n ਕੀ ਹੈ, n naught ਕੀ ਹੈ, ਔਰ lambda that is disintegration constant। ਔਰ ਲਾਸਟਲੀ ਆਪਾਂ ਕੀ ਹੈ disintegration constant ਦੀ ਵੀ ਗੱਲ ਕੀਤੀ ਸੀ ਕਿ what is disintegration constant, ਉਹ ਕੀ ਹੈ that is reciprocal of the time। ਕਿਹੜਾ ਟਾਈਮ ਜਿਹਦੇ ਖਤਮ ਹੋਣ ਤੋਂ ਬਾਅਦ ਜਿਹੜੇ ਸੈਂਪਲ ਦੇ ਵਿੱਚ ਆਪਣੇ ਕੋਲ ਨੰਬਰ ਆਫ ਐਟਮਸ ਬਚੇ ਹਨ ਕਿੰਨੇ ਬਚਣਗੇ, that is equal to 1/e times the number of atoms ਜਿੰਨੇ ਆਪਣੇ ਕੋਲ ਕੀ ਹਨ ਸ਼ੁਰੂ ਦੇ ਵਿੱਚ ਪਏ ਸੀ। ਸੋ ਉਹ ਕੀ ਸੀ, that is reciprocal of time, ਔਰ ਉਹਨੂੰ ਆਪਾਂ ਬੋਲਦੇ ਹਾਂ disintegration constant ਜਾਂ ਫਿਰ decay constant। ਹੁਣ ਨੈਕਸਟ ਆਪਾਂ ਉਸ ਤੋਂ ਬਾਅਦ ਆਪਣੇ ਨੈਕਸਟ ਟੌਪਿਕ ਦੇ ਵੱਲ ਚੱਲਦੇ ਹਾਂ। ਸੋ ਆਪਾਂ ਸਟਾਰਟ ਕਰੀਏ ਆਪਣਾ ਨੈਕਸਟ ਟੌਪਿਕ, ਉਹ ਕੀ ਹੈ that is the half life of a radioactive element। So our topic is half life of a radioactive element। ਸੋ ਹਾਫ ਲਾਈਫ, ਸੋ ਆਪਾਂ ਇੱਕ ਟਾਈਮ ਪੀਰੀਅਡ ਦੀ ਗੱਲ ਕਰ ਰਹੇ ਹਾਂ, ਬਟ ਕਿਹੜੇ ਟਾਈਮ ਪੀਰੀਅਡ ਦੀ। ਹੁਣ ਹਾਫ ਤੋਂ ਕੀ ਹੈ ਕੁਝ ਆਪਾਂ ਨੂੰ ਥੋੜਾ ਜਿਹਾ ਆਈਡੀਆ ਹੋ ਰਿਹਾ ਹੈ। ਸੋ ਹਾਫ ਲਾਈਫ ਆਫ ਰੇਡੀਓ ਐਕਟਿਵ ਐਲੀਮੈਂਟ, ਇਹਨੂੰ ਆਪਾਂ ਕਿੱਦਾਂ ਡਿਫਾਈਨ ਕਰ ਸਕਦੇ ਹਾਂ। ਸੋ ਦੈਟ ਇਜ਼ ਦ ਟਾਈਮ ਡਿਊਰਿੰਗ ਵਿਚ, ਮਤਲਬ ਇਹਦੇ ਦੌਰਾਨ ਜਾਂ ਇਸ ਤੋਂ ਬਾਅਦ ਕੀ ਹੋਏਗਾ, ਜਿਹੜੇ ਸੈਂਪਲ ਦੇ ਵਿੱਚ ਨੰਬਰ ਆਫ ਐਟਮਸ ਹੋਣਗੇ ਉਹ ਕਿੰਨੇ ਬਚਣਗੇ, ਜਸਟ ਹਾਫ ਆਫ ਦ ਨੰਬਰ ਆਫ ਐਟਮਸ ਜਿੰਨੇ ਆਪਣੇ ਕੋਲ ਕੀ ਸੀ ਸ਼ੁਰੂ ਦੇ ਵਿੱਚ ਸੀ। ਸੋ ਬਹੁਤ ਹੀ ਸਿੰਪਲ ਜੀ ਗੱਲ ਹੈ ਕਿ ਸ਼ੁਰੂ ਵਿੱਚ ਆਪਣੇ ਕੋਲ n naught ਨੰਬਰ ਆਫ ਐਟਮ ਸੀ। ਸੋ ਕੁਝ ਇੱਕ ਟਾਈਮ ਇੰਟਰਵਲ ਤੋਂ ਬਾਅਦ ਆਪਾਂ ਚੈੱਕ ਕੀਤਾ ਕਿ ਹੁਣ ਸੈਂਪਲ ਦੇ ਵਿੱਚ ਕਿੰਨੇ ਐਟਮਸ ਬਚੇ ਨੇ, n naught by 2, ਮਤਲਬ ਹਾਫ ਆਫ ਦ ਐਟਮਸ ਜਿੰਨੇ ਇਨੀਸ਼ੀਅਲੀ ਪ੍ਰੈਜ਼ੈਂਟ ਸੀ। ਦੈਨ ਉਹ ਟਾਈਮ ਡਿਊਰਿੰਗ ਦੈਟ ਟਾਈਮ, ਮਤਲਬ ਕਿੰਨੇ ਟਾਈਮ ਤੋਂ ਬਾਅਦ ਜਾ ਕੇ ਆਪਣੇ ਨੰਬਰ ਆਫ ਐਟਮਸ ਹਾਫ ਹੋ ਗਏ, ਕਿਹਦਾ ਹਾਫ ਹੋ ਗਏ, ਇਨੀਸ਼ੀਅਲ ਵੈਲਿਊ ਦਾ, ਉਸ ਟਾਈਮ ਨੂੰ ਆਪਾਂ ਕੀ ਬੋਲਦੇ ਹਾਂ, ਦੈਟ ਇਜ਼ ਕਾਲਡ ਦ ਹਾਫ ਲਾਈਫ ਆਫ ਰੇਡੀਓ ਐਕਟਿਵ ਐਲੀਮੈਂਟ। ਸੋ ਇਹਨੂੰ ਡਿਫਾਈਨ ਕਰੀਏ ਬਿਕੋਜ਼ ਕਈ ਵਾਰ 1-2 ਮਾਰਕਸ ਦੇ ਵਿੱਚ ਇਹ ਆਮ ਤੌਰ ਤੇ ਆ ਜਾਂਦਾ ਹੈ ਐਗਜ਼ਾਮ ਦੇ ਵਿੱਚ। ਸੋ ਆਪਾਂ ਡਿਫਾਈਨ ਕਰਾਂਗੇ, ਇਟ ਮੇ ਬੀ ਡਿਫਾਈਨਡ ਐਜ਼, it means half life of radioactive element defined as the time during which the number of atoms
left undecayed in the sample, decayed in the sample is equal to half the number of atoms present initially in the sample. सो बहुत ही सिंपल जी डेफिनेशन है। सो जिवें मैं एक्सप्लेन किया कि ਉਹ ਵਾਲਾ ਟਾਈਮ ਜਿਹਦੇ ਖਤਮ ਹੋਣ ਤੋਂ ਬਾਅਦ ਸੈਂਪਲ ਦੇ ਵਿੱਚ ਕਿੰਨੇ ਐਟਮਸ ਬਚਣਗੇ, that is half of the number of atoms ਜਿੰਨੇ ਕਿ ਸ਼ੁਰੂ ਦੇ ਵਿੱਚ ਪ੍ਰੈਜ਼ੈਂਟ ਸੀ। So it may be defined as the time during which the number of atoms left undecayed, मतलब ਜਿਹੜੇ ਬਚੇ ਹਨ ਸੈਂਪਲ ਦੇ ਵਿੱਚ ਜਿਨ੍ਹਾਂ ਦੀ ਡਿਕੇ ਨਹੀਂ ਹੋਈ in the sample is equal to half the number of atoms present initially in the sample। और ਇਹਨੂੰ ਆਪਾਂ represent ਕਿਵੇਂ ਕਰਦੇ ਹਾਂ, by a symbol that is capital T। सो जिथे भी कैपिटल टी आएगा दैट मीन्स किस चीज़ की गल हो रही है, हाफ लाइफ ऑफ रेडियो एक्टिव एलिमेंट। सो अकॉर्डिंग टू दिस जो टी किहदे बराबर हो रहा है, हाफ लाइफ के बराबर, उन्ने टाइम तो बाद जाके जिहड़े नंबर ऑफ एटम्स ने सैंपल दे विच किन्ने हो रहे ने, दैट इज इक्वल टू द हाफ ऑफ नंबर ऑफ एटम्स प्रेजेंट इनिशियली। सो इनिशियली आपां एट टाइम इज इक्वल टू 0 आपां लैके चलते हैं कि n नॉट नंबर ऑफ एटम्स प्रेजेंट सी, where n की है that is the number of atoms present after time t, so that is equal to n naught by t। ਹੁਣ ਆਪਾਂ याद करिए, आप पिछले लेक्चर ये चीज़ डिराइव की सी, n is equal to n naught exponent minus lambda t। जस्ट ये वैल्यूज पुट करिए आप। सो जो t कैपिटल t के बराबर है, टाइम कैपिटल t है, देन n कितना है n naught by 2। सो n की जगह मैं पुट कर रही हूँ n naught by 2 is equal to n naught exponent minus lambda small t की वैल्यू की है कैपिटल T जिन्हों की आप हाफ लाइफ बोल रहे हैं, n naught and n naught हाफ इज इक्वल टू एक्सपोनेंट माइनस लैम्डा t। दोनों साइड से रेसिप्रोकल ले लीजिए। सो डिनोमिनेटर न्यूमिनेटर बन जाएगा, न्यूमिनेटर डिनोमिनेटर जस्ट रेसिप्रोकल ले रहे हैं आप। इधर की आएगा 2, इधर की आएगा 1 ओवर एक्सपोनेंट ऑफ माइनस लैम्डा टी। सो 1 ओवर एक्सपोनेंट ऑफ माइनस लैम्डा टी इनू आप लिख सकते हैं एक्सपोनेंट ऑफ लैम्डा टी, बिकॉज जब ए टर्म न्यूमिनेटर से जाएगी तो जी पार होंगी है वह साइन की है चेंज होंगे है। सो इधर मैं लिख रही हाँ एक्सपोनेंट ऑफ लैम्डा टी। और जनरली जब भी आप एक्सपोनेंट में इतने की है रिमूव करना है या सॉल्व करना है, आप दोनों साइड की लेने हैं नेचुरल लॉग। सो इस तो बाद आप एक लाइन लिखांगे टेकिंग नेचुरल लॉग ऑन द बोथ साइड्स ऑफ इक्वेशन। अपने कोल की आएगा नेचुरल लॉग ਨੂੰ ਆਪਾਂ ਲਿਖਦੇ ਹਾਂ log और बेस ਦੇ ਵਿੱਚ ਆਪਾਂ ਇੱਕ small e यूज ਕਰਦੇ ਹਾਂ। सो ਤੁਸੀਂ ਮੈਥਸ ਦੇ ਵਿੱਚ यूज ਕੀਤਾ ਹੈ log, नेचुरल log of 2 is equal to ਹੁਣ ਜੋ log नेचुरल log और ਜਿਹੜਾ एक्सपोनेंट फंक्शन ਹੁੰਦਾ ਹੈ ਇੱਕ ਦੂਜੇ ਦੇ ਇਨਵਰਸ ਹੁੰਦੇ ਨੇ। सो दे आर इनवर्स फंक्शंस ऑफ ईच अदर। सो log ਦੇ ਨਾਲ ਜਦ एक्सपोनेंट ਆਏਗਾ ਦੋਨੋਂ ਇੱਕ ਦੂਜੇ ਨੂੰ ਕੀ ਕਰ ਦਿੰਦੇ ਨੇ, कैंसिल। सो अपने को log और एक्सपोनेंट कैंसिल होने तो बाद जस्ट की बचेगा लैम्डा t। देन लैम्डा t इज इक्वल टू एक होर चीज़ है जो तुसी लॉग टेबल्स जब यूज़ करते हो जनरली मैथ्स दे विच कीते जाते हैं। नैचुरल लॉग नू आपां log टू द बेस 10 दे विच कन्वर्ट करना होवे, देन आपां इहनूं लिखदे हां 2.3026 नाल हुण आएगा नैचुरल लॉग की जगह log टू द बेस 10 की लॉग लै रहे हैं 2 का। सो ये कन्वर्जन है जो आप नैचुरल लॉग नू कन्वर्ट करते हैं इनटू log टू द बेस 10 और यदी वैल्यू आप की है लॉग टेबल्स दे विचों पढ़ते हैं। सो यदी वैल्यू जस्ट डायरेक्टली मैं इत्थे पुट करांगी log 2 दी वैल्यू लैम्डा t विल बी इक्वल टू 2.3026 इनटू हुण की आएगी log 2 दी वैल्यू दैट इज 0.3010। सो तुसी लॉग टेबल तो भी चेक कर सकते हो। और एंड ते आपां की है कैलकुलेट की कर रहे सी हाफ लाइफ। सो हाफ लाइफ दे लिए आपां कैपिटल टी नू एक साइड रखिया और डिनोमिनेटर दे विच की जाएगा लैम्डा, ऊपर आफ्टर मल्टीप्लिकेशन अपने को वैल्यू आएगी 0.6931 ओवर की आ गया लैम्डा। सो अपने को जो फाइनल रिजल्ट सी की आ रहा है दैट इज हाफ लाइफ कैपिटल T इज इक्वल टू 0.6931
over lambda. So half life of radioactive element the expression की आया 0.6931 over lambda. Lambda is the disintegration constant या फिर decay constant. ਹੁਣ जो half life है अलग अलग radioactive elements ਦੇ ਲਈ ਕੀ ਹੈ वेरी करती है. सो बहुत कुछ एलीमेंट्स ਦੇ ਲਈ ਜਿਹੜੀ ਹਾਫ ਲਾਈਫ ਹੈ ਉਹਦੀ ਵੈਲਿਊ ਬਹੁਤ ਘੱਟ ਹੁੰਦੀ ਹੈ, ਕੁਝ ਰੇਡੀਓਐਕਟਿਵ ਐਲੀਮੈਂਟਸ ਦੇ ਲਈ ਜਿਹੜਾ ਹਾਫ ਲਾਈਫ ਹੈ ਉਹਦੀ ਵੈਲਿਊ ਕੀ ਹੁੰਦੀ ਹੈ ਬਹੁਤ ਜ਼ਿਆਦਾ ਹੁੰਦੀ ਹੈ. ਸੋ ਫॉर ਐਗਜ਼ਾਮਪਲ ਲੈਡ ਦੇ ਲਈ, ਸੋ ਲੈਡ ਦੇ ਲਈ ਆਪਣੀ ਜੋ ਹਾਫ ਲਾਈਫ ਦੀ ਵੈਲਿਊ ਹੈ that is about 1.4 into 10 raised to power 7 years. ਸੋ ਲੈਡ ਦੇ ਲਈ ਹਾਫ ਲਾਈਫ. ਅਗਰ ਆਪਾਂ ਪੋਲੋਨੀਅਮ ਦੀ ਗੱਲ ਕਰੀਏ वो भी की है एक रेडियो एक्टिव एलिमेंट है, ਉਹਦੇ ਲਈ जो हाफ लाइफ है कैपिटल T that is about 3 into 10 raised to power minus 7 in seconds. ਸੋ ਆਪਾਂ ਦੇਖ ਸਕਦੇ ਹਾਂ ਕਿ ਕਿੰਨੀ ਜ਼ਿਆਦਾ ਵੇਰੀਏਸ਼ਨ ਹੈ. ਆਪਣੇ ਕੋਲ ਇੱਕ ਐਲੀਮੈਂਟ ਹੈ ਜਿਹਦੇ ਵਿੱਚ ਇਅਰਸ ਦੇ ਵਿੱਚ ਮਤਲਬ ਸਾਲਾਂ ਦੇ ਵਿੱਚ ਆ ਰਹੀ ਹੈ ਹਾਫ ਲਾਈਫ 1.4 into 10 raised to power 7 मतलब ਇੰਨੀਆਂ ਜ਼ੀਰੋਸ, ਔਰ ਪੋਲੋਨੀਅਮ ਦੇ ਕੇਸ ਦੇ ਵਿੱਚ ਕੀ ਹੈ 3 into 10 raised to power minus 7 मतलब डिनोमिनेटर 'ਚ ਇੰਨੀਆਂ ਜ਼ੀਰੋਸ ਹਨ ਔਰ सेकंड मतलब बहुत ज़्यादा वेरिएशन है इन द केस ऑफ हाफ लाइफ्स. सो ये थी अपनी डिस्कशन अबाउट द हाफ लाइफ्स ऑफ रेडियो एक्टिव एलिमेंट. इस तो बाद आप हुण गल करांगे अबाउट द मीन लाइफ और द एवरेज लाइफ ऑफ रेडियो एक्टिव एलिमेंट. सो हुणे आप गल कीती अबाउट द हाफ लाइफ ऑफ अ रेडियो एक्टिव एलिमेंट मतलब जिस टाइम दे एंड ते जिस टाइम दे दौरान जिहड़े नंबर ऑफ एटम्स हैं वो रिड्यूस हो जाते हैं कितनी वैल्यू तक टू हाफ ऑफ द नंबर ऑफ एटम्स जिन्ने इनिशियली प्रेजेंट सी मतलब अध रह जाता है ਉਹਦਾ. ਹੁਣ नेक्स्ट अपनी जी टर्म है दैट इज द एवरेज लाइफ और मीन लाइफ ऑफ रेडियो एक्टिव एलिमेंट मतलब या तो वर्ड यूज किया जाता है एवरेज या फिर मीन लाइफ. सो सेम ही चीज़ है. सो नेक्स्ट टॉपिक है एवरेज लाइफ. सो एवरेज या मीन लाइफ ऑफ रेडियो एक्टिव एलिमेंट, रेडियो एक्टिव एलिमेंट. सो हाफ लाइफ तो ਆਪਾਂ ਨੂੰ ਕਲੀਅਰ ਹੋ ਰਿਹਾ ਸੀ ਨਾਮ ਤੋਂ ਹੀ ਕਿ ਹਾਫ ਲਾਈਫ ਕੀ ਹੈ. ਹੁਣ ਮੀਨ ਜਾਂ ਐਵਰੇਜ, ਸੋ ਮੈਥਸ ਤੁਸੀਂ ਪੜਿਆ ਹੋਏਗਾ ਕਿ ਮੀਨ ਕੀ ਹੁੰਦਾ ਹੈ ਜਾਂ ਐਵਰੇਜ ਕੀ ਹੈ. ਸੋ ਇਹਦੀ ਟਰਮਸ ਦੇ ਵਿੱਚ ਸੋ ਰੇਡੀਓ ਐਕਟਿਵ ਡਿਸਇੰਟੀਗ੍ਰੇਸ਼ਨ ਦੀਆਂ ਟਰਮਸ ਦੇ ਵਿੱਚ ਇਹਦਾ ਕੀ ਮਤਲਬ ਹੈ. ਹੁਣ ਆਪਾਂ ਨੂੰ ਪਤਾ ਹੈ ਕਿ ਜੋ ਰੇਡੀਓ ਐਕਟਿਵ ਐਲੀਮੈਂਟਸ ਹੁੰਦੇ ਹਨ ਉਹ ਕੰਟੀਨਿਊਸਲੀ ਡਿਸਇੰਟੀਗ੍ਰੇਟ ਹੋ ਰਹੇ ਹਨ. ਸੋ ਅਪ ਟੂ ਟਾਈਮ ਇਨਫਿਨਿਟੀ ਉਹ ਕੀ ਹਨ ਡਿਸਇੰਟੀਗ੍ਰੇਟ ਹੁੰਦੇ ਰਹਿੰਦੇ ਹਨ ਮਤਲਬ ਸਲੋਲੀ ਥੋੜੇ ਐਟਮਸ ਕਰਕੇ ਕੀ ਹਨ ਉਹਨਾਂ ਦੀ ਡਿਸਇੰਟੀਗ੍ਰੇਸ਼ਨ ਹੁੰਦੀ ਜਾਂਦੀ ਹੈ. सो कुछ एटम्स होंगे जस्ट जो टाइम इज इक्वल टू 0 मतलब इनिशियली ही की है कुछ एटम्स की डिसइंटीग्रेशन हो गई. सो उन्हों का जो लाइफ टाइम होएगा मतलब कितने टाइम के लिए वो रहे लाइफ टाइम उन्हों का की है ऑलमोस्ट 0 बिकॉज शुरू के ही उन्होंने डिसइंटीग्रेशन होगी. और कुछ एटम्स होंगे जो बिल्कुल इनफाइनाइट टाइम तक जाके मतलब जब तक पूरा अपना रेडियो एक्टिव एलिमेंट डिसइंटीग्रेट नहीं हो जाता बिल्कुल एंड तक जाके भी कुछ एटम्स की होंगे डिसइंटीग्रेट होंगे. सो ਉਹਦੇ ਲਈ ਜਿਹੜਾ लाइफ टाइम होएगा वो की होएगा दैट इज अबाउट इनफिनिटी बिकॉज किन्ने टाइम तो बाद जाके इनफाइनाइट टाइम तो बाद जाके की है डिसइंटीग्रेट होए. सो इन बिटवीन भी कुछ एटम्स होंगे जिन्हां दी डिसइंटीग्रेशन हो रही है ਉਹਨਾਂ ਦੇ ਲਈ ਜਿਹੜਾ ਲਾਈਫ ਟਾਈਮ ਹੋਏਗਾ ਉਹ ਕਿਹਦੇ ਵਿਚਕਾਰ ਲਾਈ ਕਰੇਗਾ 0 और ਇਨਫਿਨਿਟੀ. मतलब आप ये नहीं कह सकते कि जोड़े रेडियो एक्टिव एलिमेंट के एटम्स हैं उन्होंने कुछ एग्जैक्ट लाइफ टाइम है. सो वो वेरी कर रहा है बिटवीन 0 एंड इनफिनिटी मतलब वो विचकार कुछ भी हो सकता है. सो दैट इज़ वाई आप लाइफ टाइम कैलकुलेट करने की बजाय आप की टर्म यूज़ करते हाँ आप यूज़ करते हाँ एवरेज या फिर मीन लाइफ टाइम. मीन क्यों बिकॉज सब की वैल्यू डिफरेंट है. सो आप सारे का की है मीन ले लें हाँ चाहे वो शुरू के डिसइंटीग्रेट होया एंड ते मीनस इनफाइनाइट टाइम तो बाद डिसइंटीग्रेट होया या फिर वो डिसइंटीग्रेशन इन बिटवीन हुई है. सो सारे का आप की लवांगे एवरेज लवांगे और उन्होंने आप बोलते हाँ एवरेज या फिर मीन लाइफ या लाइफ टाइम ऑफ अ रेडियो एक्टिव एलिमेंट. सो पहला अगर इन्हों डिफाइन करना हो आप किद्दां डिफाइन करांगे दैट एवरेज और मीन लाइफ ऑफ रेडियो एक्टिव एलिमेंट कैन बी कैलकुलेटेड वर्ड यूज़ कर रही हाँ कि किद्दां कैलकुलेट करांगे. सो इट मे बी कैलकुलेटेड बाय calculated by solving the total lifetime of all the atoms present in the sample and then dividing it by the number of atoms
present initially in the sample. So ਇਹ ਹੈ definition. It may be calculated by solving. Solving means ਆਪਾਂ ਕੀ ਹੈ ਸਾਰਾ कैलकुलेट करांगे टोटल लाइफ टाइम ऑफ ऑल द एटम्स प्रेजेंट इन द सैंपल च जिन्ने भी एटम्स ने सारिਆਂ ਦਾ ਜਿਹੜਾ ਲਾਈਫ ਟਾਈਮ ਹੋਏਗਾ ਉਹਦਾ ਟੋਟਲ ਲਾਈਫ ਟਾਈਮ ਆਪਾਂ ਕੈਲਕੂਲੇਟ ਕਰਨਾ ਹੈ ਔਰ ਉਹਨੂੰ ਕਿਹਦੇ ਨਾਲ ਡਿਵਾਈਡ ਕਰਾਂਗੇ ਐਂਡ ਦੈਨ ਡਿਵਾਈਡਿੰਗ ਬਾय द ਨੰਬਰ ਆਫ ਐਟਮਸ ਪ੍ਰੈਜ਼ੈਂਟ ਇਨੀਸ਼ੀਅਲੀ ਇਨ ਦ ਸੈਂਪਲ ਸੋ ਮੰਨ ਲਓ ਆਪਣੇ ਕੋਲ ਕੋਈ ਰੇਡੀਓਐਕਟਿਵ ਐਲੀਮੈਂਟ ਹੈ ਉਹਦੇ ਵਿੱਚ ਕੀ ਹੈ 100 ਐਟਮਸ ਨੇ ਨੰਬਰ ਆਫ ਐਟਮਸ ਸਪੋਜ਼ ਕਰ ਰਹੇ ਹਾਂ ਜਸਟ ਨੰਬਰ ਆਫ ਐਟਮਸ ਆਰ 100 ਸੋ ਆਪਾਂ ਕੀ ਹੈ ਪੂਰੇ 100 ਐਟਮਸ ਦਾ ਜਿਹੜਾ ਲਾਈਫ ਟਾਈਮ ਹੋਏਗਾ ਉਹਨੂੰ ਕੀ ਕਰਾਂਗੇ ਐਡ ਕਰਾਂਗੇ ਮਤਲਬ ਟੋਟਲ ਲਾਈਫ ਟਾਈਮ ਕੈਲਕੂਲੇਟ ਕਰ ਲਾਂਗੇ 100 ਐਟਮਸ ਦਾ ਦੈਨ ਉਹਨੂੰ ਆਪਾਂ ਡਿਵਾਈਡ ਕਰਨਾ ਹੈ ਕਿਸ ਚੀਜ਼ ਦੇ ਨਾਲ ਕਿ ਆਪਣੇ ਕੋਲ ਸੈਂਪਲ 'ਚ ਐਟਮਸ ਕਿੰਨੇ ਸੀ ਸੋ 100 ਐਟਮਸ ਨੇ ਆਪਾਂ 100 ਦੇ ਨਾਲ ਉਹਨੂੰ ਡਿਵਾਈਡ ਕਰਾਂਗੇ ਜਿਹੜੀ ਆਪਣੇ ਕੋਲ ਕੁਆਂਟੀਟੀ ਆਏਗੀ ਦੈਟ ਵਿਲ ਬੀ ਦ ਐਵਰੇਜ ਔਰ mean lifetime of that radioactive sample so ही चीज मैं इत्थे लिखी है that it is given by calculating या by solving the total lifetime of all the atoms present in the sample and then dividing it by the actual number of atoms present in the sample initially means जिन्हें actual च present सी बाद ਦੇ ਵਿੱਚ ਤਾਂ ਕਿਉਂਕਿ disintegration ਹੁੰਦੀ ਜਾ ਰਹੀ ਹੈ ਹੁਣ ਆਪਾਂ ਕੀ ਹੈ ਇਹਦਾ ਵੀ ਛੋਟਾ ਜਿਹਾ ਇੱਕ ਐਕਸਪ੍ਰੈਸ਼ਨ ਦੇਖਾਂਗੇ ਸੋ ਨੂੰ ਸ਼ੁਰੂ ਕਰੀਏ ਹੁਣ ਤੱਕ ਜਿਵੇਂ ਵੀ ਆਪਾਂ ਗੱਲ ਕੀਤੀ ਹੈ ਹਮੇਸ਼ਾ ਆਪਾਂ ਐਟ ਟਾਈਮ t ਇਕੁਅਲਸ ਟੂ 0 ਮਤਲਬ ਇਨੀਸ਼ੀਅਲੀ ਕੀ ਹੈ ਨੰਬਰ ਆਫ ਐਟਮਸ ਲੈ ਕੇ ਚੱਲਦੇ ਹਾਂ ਐਂਡ ਨਾਟ ਸੋ ਅਗੇਨ ਮੈਂ ਕੀ ਲਿਖ ਰਹੀ ਹਾਂ ਐਟ ਟਾਈਮ t is equals to 0 मतलब हजे कोई डिसइंटीग्रेशन नहीं हुई जस्ट अपने कोल की है फ्रेश रेडियोएक्टिव सैंपल है then at that time अपने कोल टोटल नंबर ऑफ एटम्स कितने ने सैंपल दे विच and not after time t कुछ टाइम बीतन तो बाद थोड़ी जी डिसइंटीग्रेशन हो गई हुण अपने कोल सैंपल्स कितने एटम्स बचे सो एट टाइम t अपने कोल एटम्स बचे कैपिटल N मतलब कुछ की हन डिसइंटीग्रेट हो गए इन्ने बच रहे हन अपने कोल सैंपल दे विच then after small time dt थोड़ा होर टाइम t टाइम होने तो बाद थोड़ा जिहा होर टाइम इंटरवल बीत्या ਉਹਦੇ ਵਿੱਚ ਕੀ ਹਨ ਥੋੜੇ ਜਿਹੇ ਹੋਰ ਐਟਮਸ ਡਿਸਇੰਟੀਗ੍ਰੇਟ ਹੋ ਗਏ ਸੋ ਸਮਾਲ ਟਾਈਮ ਇੰਟਰਵਲ ਹੈ ਤਾਂ ਜਿਨ੍ਹਾਂ ਦੀ ਡਿਸਇੰਟੀਗ੍ਰੇਸ਼ਨ ਹੋਈ ਉਹ ਵੀ ਕੀ ਹੋਏਗਾ ਨੰਬਰ ਬਹੁਤ ਛੋਟਾ ਹੋਏਗਾ ਦੈਟ ਇਜ਼ ਵਾਈ ਮੈਂ ਉਹਨੂੰ ਵੀ ਲਿਖ ਰਹੀ ਹਾਂ dn ਸੋ ਇੰਨੇ ਟਾਈਮ ਇੰਟਰਵਲ ਦੇ ਵਿੱਚ ਆਪਣੇ ਕੋਲ dn ਨੰਬਰ ਆਫ ਐਟਮਸ ਕੀ ਹਨ ਡਿਸਇੰਟੀਗ੍ਰੇਟ ਹੋ ਗਏ ਸੋ ਅਗਰ ਆਪਾਂ ਹੁਣ ਲਾਈਫ ਟਾਈਮ ਦੇਖਣਾ ਹੋਵੇ ਲਾਈਫ ਟਾਈਮ ਆਫ dn ਐਟਮਸ dn ਐਟਮਸ ਸੋ ਇਹ ਕਿਹਦੇ ਵਿਚਕਾਰ ਲਾਈ ਕਰੇਗਾ इनिशियली n नॉट नंबर ऑफ एटम्स टाइम t तो बाद n नंबर ऑफ एटम्स उस तो बाद थोड़ा जिहा होर टाइम बीत्या dn नंबर ऑफ एटम्स की हन डिसइंटीग्रेट हो गए मतलब जो dn नंबर ऑफ एटम्स सी टाइम t तक की सी सैंपल दे विच ही प्रेजेंट सीगे और आफ्टर टाइम dt स्लोली की है उन्हां दी डिसइंटीग्रेशन हुंदी गई सो जेडे dn नंबर ऑफ एटम्स सी उन्हां दा जेड़ा लाइफ टाइम है किदे विचकार होएगा t and t plus dt because इस टाइम दे ऊपर अपने कोल dn नंबर ऑफ एटम्स प्रेजेंट सीगे सो ड्यूरिंग दैट इंटरवल हौली की है डिसइंटीग्रेशन हुंदी गई और आफ्टर टाइम t plus dt सारे की हैं डिसइंटीग्रेट हो गए सो दैट इज व्हाई द लाइफ टाइम ऑफ dn एटम्स लाइज बिटवीन सो इहदे विचकार t and t plus dt बट मैं ये भी दस्या कि जो dt टाइम इंटरवल है दैट इज वेरी स्मॉल मतलब बहुत ही घट टाइम सो dt ਦੀ ਬਜਾਏ ਹੁਣ t and t plus dt ਦੀ ਬਜਾਏ ਟੂ ਸਿੰਪਲੀਫਾਈ ਦ ਕੈਲਕੂਲੇਸ਼ਨਸ ਆਪਾਂ ਕੀ ਕਰਦੇ ਹਾਂ ਆਪਾਂ ਲੈ ਲੈਂਦੇ ਹਾਂ ਕਿ ਜਿਹੜਾ ਇੰਟਰਵਲ ਹੈ ਇੰਟਰਵਲ ਲੈਣ ਦੀ ਬਜਾਏ ਆਪਾਂ ਇਹ ਲੈਂਦੇ ਹਾਂ ਕਿ ਜਿਹੜੇ dn ਨੰਬਰ ਆਫ ਐਟਮਸ ਨੇ ਉਹਨਾਂ ਦਾ ਲਾਈਫ ਟਾਈਮ ਕੀ ਹੈ ਦੈਟ ਇਜ਼ ਓਨਲੀ t ਬਿਕੋਜ਼ ਇਹ ਜੋ ਕੁਆਂਟੀਟੀ ਹੈ ਦੈਟ ਇਜ਼ ਵੈਰੀ ਸਮਾਲ ਤੇ ਇਹਨੂੰ ਆਪਾਂ ਨੈਗਲੈਕਟ ਕਰ ਸਕਦੇ ਹਾਂ ਸੋ ਆਲਮੋਸਟ dn ਨੰਬਰ ਆਫ ਐਟਮਸ ਸਾਰਿਆਂ ਦਾ ਜਿਹੜਾ ਟਾਈਮ ਇੰਟਰਵਲ ਹੈ ਕਿੰਨਾ ਹੈ ਦੈਟ ਇਜ਼ ਸਮਾਲ t सो अपने को लाइफ टाइम की आ जाएगा लाइफ टाइम ऑफ dn number of atoms dn atoms that is equal to t ਹੁਣ टोटल लाइफ टाइम अगर कैलकुलेट करना होवे टोटल लाइफ टाइम ਹੁਣ ਇਹ ਕੀ ਹੈ small t ਹੁਣ ਜਿੰਨੇ dn ਐਟਮ ਸੀ ਸਾਰਿਆਂ ਦਾ t t t t t टोटल कितना कैलकुलेट करांगे या तो t ਨੂੰ ਆਪਾਂ ਐਡ ਕਰਾਂਗੇ dn ਟਾਈਮਸ ਜਾਂ ਫਿਰ ਸਿੰਪਲੀ ਆਪਾਂ ਕੀ ਕਰ ਸਕਦੇ ਹਾਂ t ਨੂੰ ਮਲਟੀਪਲਾਈ ਕਰਾਂਗੇ dn ਦੇ ਨਾਲ मतलब जिन्ने एटम्स ने और एक एटम का टाइम आपको पता है दोनों ਨੂੰ मल्टीप्लाई कर लो अपने कोल की है सारे का टाइम आ जाएगा टोटल लाइफ टाइम ऑफ dn एटम्स
ਸੋ ਇਹ ਸੀ ਕਿ ਇੰਨੇ ਟਾਈਮ ਦੇ ਲਈ ਹਰੇਕ ਐਟਮ ਕੀ ਹੈ ਲਾਈਵ ਰਹਿ ਰਿਹਾ ਹੈ, ਮਤਲਬ ਡਿਸਇੰਟੀਗ੍ਰੇਸ਼ਨ ਨਹੀਂ ਹੋਈ। ਇਹ ਕੀ ਹੋ ਗਿਆ ਟੋਟਲ ਟਾਈਮ, दैट इज T into dn। ਸੋ ਇਹ ਗੱਲ ਸੀ ਆਪਣੀ ਜਸਟ ਕਿੰਨੇ ਨੰਬਰ ਆਫ ਐਟਮਸ ਦੀ, dn ਨੰਬਰ ਆਫ ਐਟਮਸ ਦੀ, ਬਟ ਆਪਣੇ ਕੋਲ ਸੈਂਪਲਸ ਪ੍ਰੈਜ਼ੈਂਟ ਕਿੰਨੇ ਹਨ, दैट इज n0। ਸੋ n0 ਮੀਨਸ ਆਪਾਂ ਨੂੰ ਕੀ ਹੈ ਸਮ ਅਪ ਕਰਨਾ ਪਏਗਾ। ਇਹ ਜਸਟ ਆਪਣੇ ਕੋਲ ਆਨਸਰ ਆਇਆ ਹੈ dn ਨੰਬਰ ਆਫ ਐਟਮਸ ਦੇ ਲਈ, ਆਪਾਂ ਨੂੰ ਕਿਹਦੇ ਲਈ ਚਾਹੀਦਾ ਹੈ n0 ਨੰਬਰ ਆਫ ਐਟਮਸ ਦੇ ਲਈ। ਫॉर दैट ਆਪਾਂ ਕੀ ਯੂਜ਼ ਕਰਦੇ ਹਾਂ ਇੰਟੀਗ੍ਰੇਸ਼ਨ। ਸੋ ਇੰਟੀਗ੍ਰੇਟ ਕਰਾਂਗੇ ਬਿਟਵੀਨ ਦਾ ਅਪਰ ਲਿਮਿਟ, ਲੋਅਰ ਲਿਮਿਟ ਐਂਡ ਅਪਰ ਲਿਮਿਟ। ਲੋਅਰ ਲਿਮਿਟ ਕੀ ਲਵਾਂਗੇ ਬਿਕੋਜ਼ ਜਿਹੜੇ n0 ਨੰਬਰ ਆਫ ਐਟਮਸ ਹਨ ਆਫਟਰ ਡਿਸਇੰਟੀਗ੍ਰੇਸ਼ਨ ਉਹ ਕੀ ਹੋ ਜਾਣਗੇ 0। ਸੋ ਮੈਕਸਿਮਮ ਨੰਬਰ ਆਫ ਐਟਮਸ ਕਿੰਨੇ ਪ੍ਰੈਜ਼ੈਂਟ ਹਨ, ਦੇ ਆਰ n0। ਸੋ ਆਪਾਂ ਇੰਟੀਗ੍ਰੇਟ ਕਰਨ ਜਾ ਰਹੇ ਹਾਂ ਇਸ ਰਿਜ਼ਲਟ ਨੂੰ। ਕੈਲਕੂਲੇਟ ਕੀ ਕਰਾਂਗੇ, ਟੋਟਲ ਲਾਈਫ टाइम ऑफ ऑल द एटम्स, मतलब जिन्ने सैंपल्स प्रेजेंट हैं, प्रेजेंट इन सैंपल, सैंपल किस तरह आएगा। सो स्मॉल पार्ट दे लिए अपने कोल है ਇਹਦੀ इंटीग्रेशन करन जा रहे हैं। सो इंटीग्रेशन डिफरेंशिएशन मैथ्स ਆਪਾਂ पढ़ते हैं। डिफरेंशिएशन मीनस ਆਪਾਂ पार्ट्स ਉਹਨੂੰ ਤੋੜਨਾ ਹੈ, डिवाइड करना है। इंटीग्रेशन ਹੁੰਦੀ ਹੈ ਉਹਨੂੰ ਆਪਾਂ ਇਕੱਠਾ ਕਰਨਾ है। सो सम अप करना है। सो T dn और लिमिट्स ਆਪਾਂ यूज करांगे नंबर ऑफ एटम्स ਦੀਆਂ, that is so smallest number to maximum। so 0 ਤੋਂ ਲੈ ਕੇ n0। so maximum number of atoms n0 present ਹਨ। ਘੱਟ ਤੋਂ ਘੱਟ ਕਿੰਨੇ ਹੋ ਸਕਦੇ ਹਨ ਜਦ ਸਾਰੀ ਡਿਸਇੰਟੀਗ੍ਰੇਸ਼ਨ ਹੋ ਜਾਏਗੀ, that is 0। so ਇਹ ਮੈਂ ਲਿਮਿਟਸ ਲਗਾਤੀਆਂ ਇੰਟੀਗ੍ਰੇਸ਼ਨ ਦੀਆਂ। ਹੁਣ ਲਾਸਟ ਤੇ ਆਪਾਂ ਕੀ ਕਰਾਂਗੇ, ਆਪਾਂ ਯੂਜ਼ ਕਰਾਂਗੇ ਡੈਫੀਨੇਸ਼ਨ ਆਫ mean or average lifetime। so definition ਦੇ ਅਕੋਰਡਿੰਗਲੀ ਕੀ ਹੈ, ਆਪਾਂ ਪਹਿਲਾਂ ਕੈਲਕੂਲੇਟ ਕਰਦੇ ਹਾਂ total lifetime of all the atoms। ਉਹ ਆਪਾਂ ਲਿਖ ਲਿਆ total lifetime of all the atoms present in the sample। so ਆਪਣੇ ਕੋਲ ਇਹ ਚੀਜ਼ ਆ ਗਈ। ਹੁਣ ਆਪਾਂ ਇਹਨੂੰ ਡਿਵਾਈਡ ਕਰਨਾ ਹੈ with the number of atoms present initially in the sample, ਤੇ ਉਹ ਕਿੰਨੇ ਨੇ n0। so ਇੱਥੋਂ ਮੈਂ ਲਿਖਣ ਜਾ ਰਹੀ ਹਾਂ ਹੁਣ mean life ਜਾਂ ਫਿਰ average life। so ਉਹਦਾ ਸਿੰਬਲ ਹੈ tau, ਜਿਹਨੂੰ ਮੈਂ ਉੱਪਰ ਡਿਫਾਈਨ ਵੀ ਕੀਤਾ ਹੈ। ਸੋ ਇਹਦੀ ਡੈਫੀਨੇਸ਼ਨ ਯੂਜ਼ ਕਰਦੇ ਹੋਏ ਮੈਂ ਲਿਖਾਂਗੀ that is equal to the total lifetime of all the atoms present in the sample, numerator ਚ over ਕੀ ਲਿਖਾਂਗੀ number of atoms present initially in the sample ਜੋ ਕਿ n0 ਨੇ। ਸੋ ਮੈਂ ਇਹਨੂੰ ਲਿਖਣ ਜਾ ਰਹੀ ਹਾਂ integration of 0 to n0 T dn और नीचे की आएगा n0। so according to definition ਹੁਣ ਆਪਾਂ ਲਿਖ ਸਕਦੇ ਹਾਂ n is equal to n0 exponent minus lambda t। ਆਪਾਂ ਨੂੰ ਵੈਲਿਊ ਕਿਸ ਚੀਜ਼ ਦੀ ਚਾਹੀਦੀ ਹੈ, dn ਦੀ। ਸੋ ਮੈਂ ਨੀਚੇ ਕੀ ਹੈ dn ਕੈਲਕੂਲੇਟ ਕਰਾਂਗੀ। ਸੋ ਟੇਕਿੰਗ ਦ ਡੈਰੀਵੇਟਿਵ, ਦੋਨੋਂ ਜਗ੍ਹਾ ਮੈਂ ਕੀ ਹੈ ਡੈਰੀਵੇਟਿਵ ਲੈ ਰਹੀ ਹਾਂ ਵਿਦ ਰਿਸਪੈਕਟ ਟੂ t। ਇੱਕ ਕਾਂਸਟੈਂਟ ਹੈ, ਕਾਂਸਟੈਂਟ ਦਾ ਡੈਰੀਵੇਟਿਵ ਨਹੀਂ ਲਵਾਂਗੇ ਬਿਕੋਜ਼ ਕਾਂਸਟੈਂਟ ਦੇ ਨਾਲ ਇੱਕ ਵੇਰੀਏਬਲ ਹੈ। ਸੋ ਇਹ ਸਾਰੇ ਕੀ ਹਨ ਡਿਫਰੈਂਸ਼ੀਏਸ਼ਨ ਦੇ ਰੂਲਸ ਹਨ। ਜ਼ਿਆਦਾ ਹੁਣ ਡੀਪਲੀ ਨਹੀਂ ਜਾਵਾਂਗੇ ਬਿਕੋਜ਼ ਤੁਹਾਨੂੰ ਮੈਥਸ ਦੇ ਵਿੱਚ ਪੂਰਾ ਚੈਪਟਰ ਹੈ ਡਿਫਰੈਂਸ਼ੀਏਸ਼ਨ ਤੇ। ਕਾਂਸਟੈਂਟ ਐਜ਼ ਸੱਚ ਇਹਦਾ ਡੈਰੀਵੇਟਿਵ ਲਵਾਂਗੇ। ਸੋ ਐਕਸਪੋਨੈਂਟ ਦਾ ਡੈਰੀਵੇਟਿਵ ਕੀ ਹੋਏਗਾ, ਪਹਿਲੇ ਤਾਂ ਐਕਸਪੋਨੈਂਟ ਵਾਲੀ ਟਰਮ ਐਜ਼ ਸੱਚ, ਦੈਨ ਉਹਦੀ ਪਾਰ ਦਾ ਡੈਰੀਵੇਟਿਵ। ਹੁਣ ਉਹਦੀ ਪਾਰ ਕੀ ਹੈ ਮਾਈਨਸ ਲੈਮਡਾ ਟੀ, ਮਾਈਨਸ ਲੈਮਡਾ ਐਜ਼ ਸੱਚ, ਲੈਮਡਾ ਕਾਂਸਟੈਂਟ ਹੈ, ਟੀ ਦਾ ਡੈਰੀਵੇਟਿਵ ਨਾਲ ਆਏਗਾ। ਸੋ ਮਾਈਨਸ ਲੈਮਡਾ ਐਜ਼ ਸੱਚ, ਟੀ ਦਾ ਡੈਰੀਵੇਟਿਵ ਆਏਗਾ dt। ਸੋ ਜਾਂ ਫਿਰ ਕਈ ਇਹਨੂੰ ਇਸ ਤਰ੍ਹਾਂ ਵੀ ਲਿਖ ਲੈਂਦੇ ਹਨ dn by dt is equal to ਇੱਧਰ ਸਿਰਫ ਇਹ ਵਾਲੀ ਚੀਜ਼। ਸੋ dt ਨੂੰ ਆਪਾਂ ਨੈਕਸਟ ਸਟੈਪ ਦੇ ਵਿੱਚ ਉਧਰ ਲੈ ਕੇ ਜਾ ਸਕਦੇ ਹਾਂ। ਸੋ ਬੋਥ ਵੇਜ਼ ਕੀ ਹੈ ਸਹੀ ਹੈ। ਸੋ ਆਪਣੇ ਕੋਲ dn ਦੀ ਵੈਲਿਊ ਕਿੰਨੀ ਆ ਗਈ, ਮਾਈਨਸ ਲੈਮਡਾ n0 ਐਕਸਪੋਨੈਂਟ ਮਾਈਨਸ ਲੈਮਡਾ t ਨਾਲ ਕੀ ਆ ਰਿਹਾ ਹੈ dt। ਸੋ ਆਪਾਂ dn ਦੀ ਜਗ੍ਹਾ ਇਹ ਸਾਰੀ ਚੀਜ਼ ਨੂੰ ਸਬਸਟੀਟਿਊਟ ਕਰਨਾ ਹੈ ਉੱਪਰ। ਹੁਣ ਇੱਕ ਚੀਜ਼ ਹੋਰ, ਬਿਕੋਜ਼ ਹੁਣ ਆਪਾਂ dn ਦੀ ਜਗ੍ਹਾ dt ਲੈ ਕੇ ਆ ਰਹੇ ਹਾਂ। ਸੋ ਆਪਾਂ ਇੰਟੀਗ੍ਰੇਸ਼ਨ ਵਿਦ ਰਿਸਪੈਕਟ ਟੂ ਉੱਪਰ ਕਰ ਰਹੇ ਸੀ ਨੰਬਰ ਆਫ ਐਟਮਸ n, ਹੁਣ ਆਪਾਂ ਕਰ ਰਹੇ ਹਾਂ ਵਿਦ ਰਿਸਪੈਕਟ ਟੂ ਟਾਈਮ। ਉਹਦੇ ਨਾਲ ਜਿਹੜੀਆਂ ਆਪਣੇ ਕੋਲ ਲਿਮਿਟਸ ਹੋਣਗੀਆਂ ਲੋਅਰ ਲਿਮਿਟ ਐਂਡ ਅਪਰ ਲਿਮਿਟ ਉਹ ਵੀ ਚੇਂਜ ਕਰਨੀਆਂ ਪੈਣਗੀਆਂ। ਹੁਣ ਬਿਕੋਜ਼ ਇੱਥੇ ਨੰਬਰ ਆਫ ਐਟਮਸ ਦੀ ਗੱਲ ਕਰ ਰਹੇ ਹਾਂ, ਹੁਣ ਆਪਾਂ ਨੂੰ ਕਿਹਦੇ ਬਾਰੇ ਗੱਲ ਕਰਨੀ ਪਏਗੀ, ਟਾਈਮ ਦੇ ਬਾਰੇ। ਸੋ ਉਹਦੇ ਲਈ ਆਪਾਂ ਕੀ ਕਰੀਏ, ਪਹਿਲਾਂ ਆਪਾਂ n ਨੂੰ ਪੁੱਟ ਕਰਾਂਗੇ 0, ਦੇਖਾਂਗੇ ਟਾਈਮ ਕਿੰਨਾ ਆਏਗਾ। ਫਿਰ ਆਪਾਂ n ਨੂੰ ਪੁੱਟ ਕਰਾਂਗੇ n0, ਫਿਰ ਦੇਖਾਂਗੇ ਟਾਈਮ ਕਿੰਨਾ ਆਏਗਾ। ਫਿਰ ਉਹ ਵਾਲੀਆਂ ਲਿਮਿਟਸ ਆਪਾਂ ਯੂਜ਼ ਕਰਾਂਗੇ ਇੰਟੀਗ੍ਰੇਸ਼ਨ ਦੇ ਵਿੱਚ। ਸੋ ਆਪਾਂ ਦੇਖੀਏ ਇਸ ਇਕੁਏਸ਼ਨ 'ਚ, ਸੋ ਇਹਨੂੰ ਕੁਝ ਵੀ ਮੰਨ ਲੈਂਦੇ ਹਾਂ। ਸੋ ਸਟਾਰ ਇਕੁਏਸ਼ਨ, ਪਹਿਲਾਂ ਆਪਾਂ n ਨੂੰ ਪੁੱਟ ਕਰਨਾ ਹੈ 0। ਸੋ ਲੋਅਰ ਲਿਮਿਟ n ਨੂੰ 0 ਪੁੱਟ ਕਰੀਏ, 0 is equal to n0 exponent minus lambda t।
सो अगर ये कांस्टेंट है इनू भी इधर ले आवांगे, ये भी 0 बन जाएगा। सो एक्सपोनेंट ऑफ माइनस लैम्डा टी इज इक्वल टू 0। अपने को की चीज आ रही है 0, और अगर एक्सपोनेंट माइनस लैम्डा टी नु मैं लिखदा 1 ओवर एक्सपोनेंट लैम्डा टी इज इक्वल टू 0। सो 1 ओवर समथिंग इज इक्वल टू 0 ਦਾ ਕੀ ਮਤਲਬ ਹੈ ਜਿਹੜੀ ਡਿਨੋਮੀਨੇਟਰ 'ਚ ਚੀਜ਼ ਹੈ ਉਹ ਇਨਫਿਨਿਟੀ ਹੋਣੀ ਚਾਹੀਦੀ ਹੈ, ਤਾਂ ਹੀ ਉਹਦਾ ਆਨਸਰ ਕੀ ਹੈ 0 ਆ ਰਿਹਾ ਹੈ। ਬਿਕੋਜ਼ ਆਪਾਂ ਨੂੰ ਪਤਾ ਹੈ 1 ਓਵਰ ਇਨਫਿਨਿਟੀ ਇਜ਼ ਇਕੁਅਲ ਟੂ 0। ਜਦੋਂ ਵੀ ਡਿਨੋਮੀਨੇਟਰ 'ਚ ਇਨਫਿਨਿਟੀ ਹੋਏਗਾ ਉਦੋਂ ਆਪਣੇ ਕੋਲ ਆਨਸਰ 'ਚ 0 ਆਉਂਦਾ ਹੈ। ਸੋ ਇਹਦਾ ਮਤਲਬ ਇਹ ਐਕਸਪੋਨੈਂਟ ਵਾਲੀ ਟਰਮ ਇਨਫਿਨਿਟੀ ਹੋਣੀ ਚਾਹੀਦੀ ਹੈ। ਕਦੋਂ ਇਨਫਿਨਿਟੀ ਹੋ ਸਕਦੀ ਹੈ? ਜਦੋਂ ਟਾਈਮ ਇਨਫਿਨਿਟੀ ਹੋਏਗਾ, ਬਿਕੋਜ਼ ਲੈਮਡਾ ਤਾਂ ਇੱਕ ਕਾਂਸਟੈਂਟ ਹੈ। ਸੋ ਇੱਥੋਂ ਦੀ ਆਪਣੇ ਕੋਲ ਟਾਈਮ ਕਿੰਨਾ ਆ ਗਿਆ? ਟਾਈਮ ਇਜ਼ ਇਕੁਅਲ ਟੂ ਇਨਫਿਨਿਟੀ। ਹੁਣ ਮਤਲਬ ਜਦ ਆਪਾਂ ਲਿਮਿਟਸ ਚੇਂਜ ਕਰਾਂਗੇ, ਨੀਚੇ ਵਾਲੀ ਲਿਮਿਟ ਲੋਅਰ ਲਿਮਿਟ ਦੀ ਜਗ੍ਹਾ ਮੈਂ ਕੀ ਲਿਖਾਂਗੀ ਹੁਣ? ਟਾਈਮ ਇਨਫਿਨਿਟੀ। ਹੁਣ ਆਪਾਂ ਉੱਪਰ ਵਾਲੀ ਚੈੱਕ ਕਰੀਏ n ਨੋਟ। ਸੋ ਸੇਮ ਇਕੁਏਸ਼ਨ ਦੇ ਵਿੱਚ n ਨੂੰ ਹੁਣ ਮੈਂ n ਨੋਟ ਪੁੱਟ ਕਰਨਾ ਹੈ। n ਨੋਟ ਵਿਲ ਬੀ ਇਕੁਅਲ ਟੂ ਬਾਕੀ ਚੀਜ਼ ਐਸ ਸਚ n ਨੋਟ ਐਕਸਪੋਨੈਂਟ ਮਾਈਨਸ ਲੈਮਡਾ ਟੀ। ਹੁਣ ਇਹ ਕੈਂਸਲ ਹੋ ਜਾਣਗੇ। ਸੋ 1 ਇਜ਼ ਇਕੁਅਲ ਟੂ, या फिर exponent lambda t is equal to 1 and we know something raised to power 0। अपने कोल कोई टर्म है ओदी पावर ਦੇ ਵਿੱਚ 0 ਹੋਵੇ then ਉਹਦਾ ਆਨਸਰ ਕਿੰਨਾ ਹੁੰਦਾ ਹੈ? 1। ਸੋ ਇੱਥੋਂ ਕੀ ਕਲੀਅਰ ਹੋ ਰਿਹਾ ਹੈ ਕਿ ਇਹਦੀ ਪਾवर ਕੀ ਹੈ? 0 ਹੋਣੀ ਚਾਹੀਦੀ ਹੈ। 0 ਕਦੋਂ ਹੋਊਗੀ? ਜਦੋਂ ਆਪਾਂ ਟਾਈਮ ਨੂੰ 0 ਪੁੱਟ ਕਰਾਂਗੇ। ਸੋ ਇੱਥੋਂ ਦੀ ਆਪਣੇ ਕੋਲ ਟਾਈਮ ਕੀ ਆ ਰਿਹਾ ਹੈ? ਟਾਈਮ ਬਿਕਮਸ 0। ਸੋ ਇਹ ਚੀਜ਼ਾਂ ਹੁਣ ਆਪਾਂ ਕਰ ਲਈਆਂ, ਆਪਾਂ ਲਿਮਿਟਸ ਵੀ ਫਾਈਂਡ ਆਊਟ ਕਰ ਲਈਆਂ ਟਾਈਮ ਦੀਆਂ। सो हुण आपां नैक्सट स्टैप की करना है? टॉ इज इक्वल टू, टॉ इज मीन लाइफ और एवरेज लाइफ, dn दी वैल्यू पुट करनी है और लिमिट्स दियां वैल्यूज मतलब लोअर लिमिट एंड अपर लिमिट उन्हां नूं t दे रिस्पेक्ट दे विच लिखना है। सो आपां अगे इहनूं करिए कंटिन्यू। सो हुण आपां की करना है? इस इक्वेशन दे विच आपां वैल्यूज पुट करन जा रहे हैं। सो टॉ इज इक्वल टू इंटीग्रेशन स्मॉल t एज सच, dn दी वैल्यू की है? n नॉट एक्सपोनेंट माइनस लैम्डा टी। सो माइनस लैम्डा भी है इत्थे। सो माइनस लैम्डा नूं मैं इंटीग्रेशन तो बाहर लिख रही हाँ। सो बाहर आप लिख सकते हैं, वेरिएबल नहीं है, कांस्टेंट है। माइनस लैम्डा एन नॉट, माइनस लैम्डा एन नॉट एक्सपोनेंट माइनस लैम्डा टी, नाल की आएगा डी टी। एन नॉट एज सच, सो ओवर एन नॉट एज सच। हुण 0 और एन नॉट की जगह ते की लिखांगे? टाइम दियां लिमिट्स। सो जदों 0 पुट किया सी n ਨੂੰ ਆਪਣੇ ਕੋਲ टाइम आया सी इनफिनिटी और n नॉट पुट करन ते टाइम आया सी 0। सो ਇਹਦੇ ਨਾਲ ਇਹ ਵੀ ਚੇਂਜ ਹੋ ਗਿਆ। ਹੁਣ n नॉट ਕੀ ਹੈ? दैट इज आल्सो कांस्टेंट क्वांटिटी। नंबर ऑफ एटम्स ਜਿਹੜੇ ਇਨੀਸ਼ੀਅਲੀ ਪ੍ਰੈਜ਼ੈਂਟ ਸੀ ਸੈਂਪਲ ਦੇ ਵਿੱਚ ਉਹ ਵੀ ਆਪਾਂ ਬਾਹਰ ਲੈ ਕੇ ਆ ਸਕਦੇ ਹਾਂ। ਫਿਰ n नॉट ਦੇ ਨਾਲ n नॉट ਕੀ ਹੋ ਜਾਏਗਾ? ਆਪਣਾ ਕੈਂਸਲ ਆਊਟ। ਸੋ ਆਪਾਂ ਇਹਨੂੰ ਲਿਖ ਸਕਦੇ ਹਾਂ। ਸੋ ਇੱਕ ਸਟੈਪ ਮੈਂ ਹੋਰ ਨਾਲ ਹੀ ਕਰ ਰਹੀ ਹਾਂ ਜੋ ਨੈਗੇਟਿਵ ਸਾਈਨ ਹੈ। ਸੋ ਇਹ ਵੀ ਰੂਲ ਹੈ ਇੰਟੀਗ੍ਰੇਸ਼ਨ ਦੇ ਵਿੱਚ, ਮਾਈਨਸ ਸਾਈਨ ਨੂੰ ਕੀ ਹੈ ਆਪਾਂ ਲਿਮਿਟਸ ਦੇ ਵਿੱਚ ਯੂਜ਼ ਕਰ ਸਕਦੇ ਹਾਂ। ਮਤਲਬ ਇਹਦੇ ਨਾਲ ਕੀ ਹੈ ਜਿਹੜੀਆਂ ਲਿਮਿਟਸ ਹਨ ਉਹ ਇਨਵਰਟ ਹੋ ਜਾਣਗੀਆਂ। ਮਤਲਬ ਕੀ ਆਪਾਂ ਲਿਖ ਸਕਦੇ ਹਾਂ 0 ਟੂ ਇਨਫਿਨਿਟੀ, मतलब माइनस साइन हट जाएगा, लिमिट अपर लिमिट एंड लोअर लिमिट आपस च एक्सचेंज हो जाएंगी। नाल की आएगा लैम्डा एन नॉट, अंदर की बचे एक्सपोनेंट माइनस लैम्डा टी टी डी टी, और ओवर की सी एन नॉट। सो आप हुण जस्ट एक इंटीग्रेशन सॉल्व करनी है। सो सॉल्व करिए। टॉ इज इक्वल टू, बाहर बच रहा है लैम्डा, अंदर है इंटीग्रेशन ऑफ टू फंक्शंस। सो ਤੁਹਾਨੂੰ आईलेट याद होएगा। आईलेट मीन्स इंटीग्रेशन ऑफ टू फंक्शंस। किस तरह करते हैं आप इंटीग्रेशन? एक ਨੂੰ ਆਪਾਂ फर्स्ट फंक्शन मानते हाँ, एक ਨੂੰ ਆਪਾਂ सेकंड फंक्शन मानते हाँ। सो मैं फॉर्मूला इत्थे डायरेक्ट यूज कर रही हाँ। की फॉर्मूला हुंदा है? दैट इज इंटीग्रेशन ऑफ फर्स्ट फंक्शन, इंटीग्रेशन सॉरी फर्स्ट फंक्शन इनटू इंटीग्रेशन ऑफ सेकंड फंक्शन, फर्स्ट फंक्शन इंटीग्रेशन ऑफ सेकंड फंक्शन, then minus integration, अंदर हुंदा है डेरिवेटिव ऑफ फर्स्ट फंक्शन, डेरिवेटिव ऑफ t with respect to t की होएगा? that is 1। so dt over dt that is 1। so इत्थे मैं just 1 पुट करता, डायरेक्टली मैं लिखता इत्थे डेरिवेटिव ऑफ फर्स्ट फंक्शन इनटू इंटीग्रेशन ऑफ सेकंड फंक्शन। सेकंड फंक्शन दी इंटीग्रेशन मैं नाल दी नाल कर रही हाँ। इहदी इंटीग्रेशन की हुंदी है? इहदी इंटीग्रेशन आएगी एक्सपोनेंट माइनस लैम्डा t और नाल
ਪਾਵਰ ਦੀ ਡੈਰੀਵੇਟਿਵ ਡਿਨੋਮੀਨੇਟਰ ਦੇ ਵਿੱਚ। ਸੋ ਇਹਦਾ ਜੋ ਆਪਣੇ ਕੋਲ डेरिवेटिव आएगा की आएगा विद रिस्पेक्ट टू टी माइनस लैम्डा एज सच, और टी की हो जाएगा कैंसल आउट बिकॉज टी का डेरिवेटिव की आएगा 1 जो आप विद रिस्पेक्ट टू टी कर रहे हैं, बिकॉज ये सारिया चीज़ां तुहानूं तां ही आउणगियां जब तुहानूं डिफरेंशिएशन इंटीग्रेशन बारे पता है, उहदे रूल्स बारे पता है। सो उहदे बारे अलग तो चैप्टर्स हैं मैथ्स दे विच। सो हुण मैं रूल्स नूं इत्थे नहीं ज़्यादा डिस्कस करांगी, जस्ट मैं रूल्स नूं इत्थे अप्लाई कर रही हाँ। सो अपने को इत्थे आएगा डिनोमीनेटर दे विच माइनस लैम्डा। हुण एक बार इंटीग्रेशन होर करनी है, दैट इज वाई इस तरह। एक बार रिपीट करा, फर्स्ट फंक्शन इंटीग्रेशन ऑफ सेकेंड फंक्शन माइनस होल इंटीग्रेशन, अंदर दो चीज़ां करनियां सी, डेरिवेटिव ऑफ फर्स्ट ते इंटीग्रेशन ऑफ सेकेंड, वो मैं करता। हुण नेक्स्ट स्टेप की आएगा लैम्डा। हुण इत्थे की है आपां वैल्यूज पुट करनियां ने, सो 0 टू इनफिनिटी। सो फर्स्ट फंक्शन इंटीग्रेशन ऑफ सेकेंड फंक्शन, यदि इंटीग्रेशन करांगे की आएगा अपने को, सो जो चीज़ मैं इधर लिखी है वही चीज़ इधर, लिमिट्स पुट करनी है 0 टू इनफिनिटी, देन माइनस एंड माइनस प्लस 1 बाय लैम्डा बाहर। सो ये है अपने को नेक्स्ट स्टेप। हुण ध्यान नाल देखिए, जो इत्थे आप पुट करांगे इनफिनिटी, टी की जगह इनफिनिटी पुट करना है। सो फर्स्ट टर्म की बनेगी ई दी एक्सपोनेंट ऑफ माइनस इनफिनिटी, सो डिनोमीनेटर दे विच इनफिनिटी है, सो दैट बिकम्स 0। एक्सपोनेंट ऑफ माइनस इनफिनिटी दैट मीन्स 1 ओवर एक्सपोनेंट ऑफ इनफिनिटी दैट इज 0 माइनस अगली बारी आप की करांगे टी नू 0 पुट करांगे ਤਾਂ ਇੱਥੇ टी होने करके सारी चीज़ की है 0 बन जाएगी। सो दोनों टर्म्स अपने को 0 ही आ रही हैं, 0 माइनस 0। सो डायरेक्टली मैं उन्होंने इतने 0 लिखन जा रही हाँ। अगे की है 1 बाय लैम्डा, सो ये आ गई अपने को लास्ट टर्म। 1 बाय लैम्डा बाहर ले आइए, एक लैम्डा ऑलरेडी बाहर है, सो लैम्डा दे नाल लैम्डा कैंसल हो जाएगा। सिर्फ इंटीग्रेशन आप करनी है 0 टू इनफिनिटी एक्सपोनेंट माइनस लैम्डा टी डी टी। सो वेरी सिंपल। हुण अपने को रिजल्ट की आएगा, यदि इंटीग्रेशन करांगे अपने को रिजल्ट आ गया एक्सपोनेंट माइनस लैम्डा टी ओवर माइनस लैम्डा, ते लिमिट्स पुट करांगे आप 0 टू इनफिनिटी माइनस 1 बाय लैम्डा एज सच, अगेन एक्सपोनेंट ऑफ माइनस इनफिनिटी बिकॉज आप पहला अपर लिमिट पुट करनी है, फिर माइनस, फिर आप लोअर लिमिट पुट करनी है एक्सपोनेंट ऑफ माइनस 0। सो अपने को रिजल्ट आया 1 बाय लैम्डा एक्सपोनेंट ऑफ माइनस इनफिनिटी इज 1 ओवर एक्सपोनेंट ऑफ इनफिनिटी। सो 1 ओवर इनफिनिटी की हुंदा है 0, सो ये सारी टर्म अपने को 0 बन जाएगी माइनस। हुण एक्सपोनेंट ऑफ माइनस 0 नू आपां इस तरह लिख सकते हैं, सो समथिंग रेज टू पावर 0 इज 1, रिजल्ट की आ रहा है 1। देन आपने को आंसर किया है 0 माइनस 1 इज माइनस 1, 1 बाय लैम्डा मल्टीप्लाई बाय माइनस 1 दैट इज माइनस लैम्डा। सो इत्थे एक अपने को नेगेटिव होर सी, सो उन्होंने मैं इत्थे मिस करता, एक नेगेटिव इत्थे है, सो माइनस एंड माइनस इत्थे अपने को रिजल्ट की आएगा पॉजिटिव 1 बाय लैम्डा। सो ये अपने को फाइनल रिजल्ट आया है किस चीज़ का, मीन लाइफ या फिर एवरेज लाइफ ऑफ अ रेडियो एक्टिव एलिमेंट दैट इज इक्वल टू द रेसिप्रोकल ऑफ द डिसइंटीग्रेशन कांस्टेंट। सो ये जस्ट सारे मैथमेटिकल स्टेप्स सी अपने को। उस तो बाद हुण इंटीग्रेशन अगर तुहानूं आंदी होएगी दैन तुसीं की है इहनूं ईजिली परफॉर्म कर सकते हो। सो इत्थों आपां देखिया कि 1 ओवर द डिसइंटीग्रेशन कांस्टेंट दैट इज इक्वल टू मीन लाइफ और द एवरेज लाइफ ऑफ रेडियो एक्टिव एलिमेंट। सो एक चीज़ होर अगर आप देखिए अपने को लैम्डा की वैल्यू कितनी आई सी पहले, सो आप कैपिटल टी कैलकुलेट किया 0.6931 ओवर लैम्डा बिकॉज ये की है हाफ लाइफ। इत्थों लैम्डा नू कैलकुलेट करिए, लैम्डा कितना होएगा 0.6931 ओवर कैपिटल टी। सो यदी वैल्यू नू आप की है इत्थे पुट कर सकते हैं, अपने को सेकेंड फॉर्म आ जाएगी मीन लाइफ की। सो मीन लाइफ टॉ विल बी इक्वल टू 1 बाय लैम्डा है, सो लैम्डा की मैं नीचे वैल्यू लिखांगी, सो अपने को ले की बन जाएगा इवेंचुअली लास्ट पे t ओवर 0.6931 और अबाउट इधर रिजल्ट अपने को आंदा है 1 ओवर 0.6931 नू सॉल्व करन ते
1.44 टाइम्स कैपिटल T। सो अपने को दो फॉर्म्स आई हैं, वन इज tau is written as 1 by lambda, mean life या average life ਨੂੰ ਆਪਾਂ ਰਿਲੇਟ ਕਰਦੇ ਹਾਂ disintegration constant ਦੇ ਨਾਲ, that is the reciprocal of disintegration constant। ਅਗਰ ਆਪਾਂ ਨੂੰ half life ਦੇ ਨਾਲ ਰਿਲੇਟ ਕਰਨਾ ਹੋਵੇ ਕੈਪੀਟਲ T ਦੇ ਨਾਲ, ਫਿਰ ਰਿਲੇਸ਼ਨ ਕੀ ਆਏਗਾ, tau is equal to 1.44 capital T, that is the half life of radioactive element। ਸੋ ਹੁਣ ਇਸ ਤੋਂ ਬਾਅਦ ਇੱਕ ਹੋਰ ਛੋਟੀ ਜਿਹੀ ਟਰਮ ਹੈ, that is the activity। ਸੋ ਐਕਟੀਵਿਟੀ ਨੂੰ ਆਪਾਂ ਕਿੱਦਾਂ ਡਿਫਾਈਨ ਕਰਦੇ ਹਾਂ? ਸੋ ਐਕਟੀਵਿਟੀ ਜਸਟ 1 ਜਾਂ 2 ਨੰਬਰ ਦੇ ਵਿੱਚ ਆਪਾਂ ਨੂੰ ਕੁਐਸਚਨ ਆ ਜਾਂਦਾ ਹੈ। Activity is just the rate of disintegrations of a radioactive sample। मतलब अपने कोई sample है, ਉਹਦਾ ਆਪਾਂ rate calculate ਕਰੀਏ। rate of disintegration means number of atoms disintegrate ਹੋ ਰਹੇ ਹਨ 1 second ਦੇ ਵਿੱਚ। so that is called as the activity of that radioactive sample। so activity ਤੋਂ ਬਾਅਦ ਕੁਝ ਆਪਾਂ units ਕਰਨੇ ਸੀ, ਹੁਣ ਆਪਾਂ ਉਹ next lecture ਸ਼ੁਰੂ ਕਰਾਂਗੇ। so activity ਦੀ ਗੱਲ ਦੁਬਾਰਾ ਕਰਾਂਗੇ ਆਪਾਂ ਆਪਣੇ ਅਗਲੇ lecture ਦੇ ਵਿੱਚ। ਉਸ ਤੋਂ ਬਾਅਦ ਆਪਾਂ unit study ਕਰਾਂਗੇ, units of ਰੇਡੀਓ ਐਕਟੀਵਿਟੀ। ਸੋ ਅੱਜ ਦੇ ਲੈਕਚਰ ਦੇ ਵਿੱਚ ਫਿਲਹਾਲ ਆਪਾਂ ਇਹੀ ਗੱਲ ਕੀਤੀ ਕਿ ਹਾਫ ਲਾਈਫ ਕੀ ਹੁੰਦਾ ਹੈ, ਹਾਫ ਲਾਈਫ ਆਫ ਰੇਡੀਓ ਐਕਟਿਵ ਐਲੀਮੈਂਟ। ਦੈਨ ਸੈਕੰਡਲੀ ਆਪਾਂ ਦੇਖਿਆ ਕਿ ਮੀਨ ਜਾਂ ਫਿਰ ਐਵਰੇਜ ਲਾਈਫ ਆਫ ਰੇਡੀਓ ਐਕਟਿਵ ਐਲੀਮੈਂਟ ਕਿੰਨਾ ਹੁੰਦਾ ਹੈ ਜਾਂ ਕੀ ਐਕਸਪ੍ਰੈਸ਼ਨ ਹੁੰਦਾ ਹੈ। ਸੋ ਅੱਜ ਲਈ ਫਿਲਹਾਲ ਇੰਨਾ ਹੀ ਕੰਮ। ਥੈਂਕ ਯੂ।